ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਆਓ ਕਰੀਏ ਦੀਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 417 ਦੇ ਉੱਪਰ ਅੰਕਿਤ ਆਸਾ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤੀਆਂ ਹੋਈਆਂ ਇਹ ਦੋ ਅਸ਼ਟਪਦੀਆਂ ਨੇ, 11ਵੀਂ ਤੇ 12ਵੀਂ। ਇਹ ਜਿਹੜੀਆਂ ਦੋ ਅਸ਼ਟਪਦੀਆਂ ਨੇ ਇਹਨੂੰ ਬਾਬਰ ਬਾਣੀ ਵੀ ਕਹਿ ਦਿੰਦੇ ਨੇ। ਸੈਦਪੁਰ ਦੇ ਵਿੱਚ ਜਦੋਂ ਬਾਬਰ ਮੁਗਲਾਂ ਦੀ ਫੌਜ ਲੈ ਕੇ ਪਠਾਣਾਂ ਦੇ ਉੱਪਰ ਹਮਲਾ ਕਰਦਾ ਹੈ ਤੇ ਜਦੋਂ ਸਾਰਾ ਹਮਲਾ ਹੋ ਜਾਂਦਾ ਹੈ, ਉੱਥੇ ਜੋ ਕੁਝ ਵਾਪਰਦਾ ਹੈ ਉਹਦੇ ਵਿੱਚੋਂ ਗੁਰੂ ਪਾਤਸ਼ਾਹ ਸਾਨੂੰ ਇੱਕ ਰਮਜ਼ ਦੇ ਰਹੇ ਨੇ ਕਿ ਹਰ ਵਰਤਾਰਾ ਕੁਛ ਨਾ ਕੁਛ ਸਿਖਾਉਂਦਾ ਹੁੰਦਾ ਤੇ ਵਰਤਾਰੇ ਤੋਂ ਕੁਝ ਸਿੱਖਣਾ ਹੁੰਦਾ। ਇਹ ਗੱਲ ਯਾਦ ਰੱਖਿਓ, ਦੁਨੀਆ ਦੇ ਹਰ ਵਰਤਾਰੇ ਚੋਂ ਸਿਖਾਉਣ ਦੀ ਕਲਾ ਗੁਰਬਾਣੀ ਦੇ ਰਚਨਹਾਰਿਆਂ ਦੀ ਹੈ ਤੇ ਗੁਰਬਾਣੀ ਤੋਂ ਸਿੱਖ ਕੇ ਹਰ ਵਰਤਾਰੇ ਵਿੱਚੋਂ ਸਿੱਖਣ ਦੀ ਕਲਾ ਇਹ ਗੁਰੂ ਕੇ ਗੁਰਮੁਖ ਪਿਆਰਿਆਂ ਦੀ ਹੈ। ਹੁਣ ਇਹ ਜੋ ਵਰਤਾਰਾ ਹੋਇਆ ਬਾਬਰ ਬਾਣੀ ਦਾ, ਇਸ ਵਿੱਚੋਂ ਗੁਰੂ ਪਾਤਸ਼ਾਹ ਦੋ ਤਿੰਨ ਚੀਜ਼ਾਂ ਸਾਡੇ ਸਾਹਮਣੇ ਰੱਖਦੇ ਨੇ। ਇੱਕ ਤਾਂ ਬੰਦੇ ਦੀ ਪੈਸੇ ਪਿੱਛੇ ਹੀ ਸਾਰੀ ਦੌੜ ਲੱਗ ਜਾਣੀ, ਪੈਸੇ ਨੂੰ ਹੀ ਸਭ ਕੁਝ ਸਮਝ ਲੈਣਾ, ਅੰਨੀ ਦੌੜ ਲਾ ਦੇਣੀ, ਆਪਣੇ ਫਰਜ਼ ਭੁਲਾ ਦੇਣੇ। ਇਹਦੇ ਵਿੱਚ ਦੁੱਖ ਪੈਦਾ ਹੁੰਦੇ ਨੇ। ਦੂਸਰਾ, ਰੱਬ ਦੀਆਂ ਦਿੱਤੀਆਂ ਦਾਤਾਂ ਲੈ ਲੈਣੀਆਂ, ਉਹਦੇ ਰਾਹੀਂ ਦੂਜਿਆਂ ਤੇ ਪ੍ਰਭਾਵ ਪਾਉਣਾ। ਪ੍ਰਭਾਵ ਪਾਉਣ ਵਾਸਤੇ ਅਮੀਰੀ, ਫਿਰ ਰਾਜ ਭਾਗ ਇਹ ਪ੍ਰਾਪਤ ਕਰਨਾ, ਫਿਰ ਅਮੀਰੀ ਤੇ ਰਾਜ ਭਾਗ ਦਾ ਹੰਕਾਰ ਹੋ ਜਾਣਾ। ਉਸ ਹੰਕਾਰ ਦੇ ਵਿੱਚ ਫਿਰ ਪਾਪ ਪ੍ਰਵਿਰਤੀਆਂ ਜਨਮ ਲੈਣੀਆਂ, ਲੋਕਾਂ ਦੇ ਉੱਪਰ ਜ਼ੁਲਮ ਕਰਨੇ, ਇਹ ਵੀ ਦੁੱਖਾਂ ਨੂੰ ਜਨਮ ਦਿੰਦੇ ਨੇ। ਤੀਸਰੇ ਪਾਸੇ ਜਿਹੜੇ ਲੋਕ ਕੇਵਲ ਕਰਮ ਕਾਂਡਾਂ ਵਿੱਚ ਉਲਝਦੇ ਨੇ, ਅੰਨੀ ਸ਼ਰਧਾ ਵਿੱਚ ਉਲਝਦੇ ਨੇ, ਇੱਦਾਂ ਧਰਮ ਦਾ ਕਰਮ ਕਰ ਲਓ ਆਹ ਹੋ ਜਾਏਗਾ, ਆਹ ਧਰਮ ਦਾ ਕਰਮ ਕਰ ਲਓ ਆਹ ਹੋ ਜਾਏਗਾ, ਉਹ ਰੱਬ ਨੂੰ ਖਿਡਾਉਣਾ ਸਮਝਦੇ ਨੇ। ਜੋ ਆਪਣੀਆਂ ਮੰਗਾਂ ਨੇ ਰੱਬ ਨੂੰ ਕਹਿੰਦੇ ਨੇ, ਰੱਬਾ ਇੰਜ ਕਰ ਸਾਡੀ ਜ਼ਿੰਦਗੀ 'ਚ, ਆਹ ਦੇ ਦੇ ਸਾਨੂੰ। ਉਹ ਰੱਬੀ ਉਪਦੇਸ਼ ਮੰਨਦੇ ਨਹੀਂ, ਕਰਮ ਕਾਂਡਾਂ ਵਿੱਚ ਉਲਝਦੇ ਨੇ, ਉਹਦੇ ਵਿੱਚੋਂ ਵੀ ਦੁੱਖ ਪੈਦਾ ਹੁੰਦੇ ਨੇ। ਤੇ ਚੌਥੀ ਬਾਤ, ਗ੍ਰਸਤ ਮਾਰਗ ਵਿੱਚ ਜਿਉਂਦਿਆਂ ਆਪਣੇ ਫਰਜ਼ਾਂ ਦੀ ਪਹਿਚਾਣ ਕਰਦਿਆਂ, ਰੱਬ ਦੀ ਭੈ ਭਾਵਨੀ ਵਿੱਚ ਤੇ ਰੱਬ ਦੇ ਗੁਣਾਂ ਵਿੱਚ ਵਾਲਾ ਜੀਵਨ ਜਿਉਂਦਿਆਂ, ਇੱਕ ਪਰਉਪਕਾਰੀ ਬਿਰਤੀ ਵਾਲਾ ਜੀਵਨ ਜਿਉਂਦਿਆਂ ਜੀਵਨ ਸਫਲ ਕਿਵੇਂ ਹੁੰਦਾ ਹੈ ਤੇ ਜੀਵਨ ਜਦੋਂ ਫੇਲ ਹੁੰਦਾ ਹੈ ਕੈਸੇ ਕੈਸੇ ਵਰਤਾਰੇ ਵਰਤਦੇ ਨੇ। ਉਹਨਾਂ ਵਿੱਚੋਂ ਇੱਕ ਵਰਤਾਰਾ ਇਹ ਬਾਬਰ ਬਾਣੀ ਸੈਦਪੁਰ ਦੇ ਵਿੱਚ ਜੋ ਹੋਇਆ, ਸਤਿਗੁਰੂ ਜੀ ਉਸ ਵਰਤਾਰੇ ਵਿੱਚੋਂ ਸਾਨੂੰ ਸਿੱਖਣ ਦੀ ਬੜੀ ਕਮਾਲ ਦੀ ਜੁਗਤ ਦੇ ਰਹੇ ਨੇ। ਬੜਾ ਕਮਾਲ ਦਾ ਸੀਨ, ਉਸ ਸੀਨ ਦੇ ਵਿੱਚ ਜੋ ਰੱਬ ਦੇ ਨਿਜ਼ਮ ਦੀ ਕਮਾਲ ਹੈ ਉਸ ਨੂੰ ਸਾਡੇ ਸਾਹਮਣੇ ਰੱਖ ਰਹੇ ਨੇ। ਆਓ ਸਿੱਖਣ ਦਾ ਯਤਨ ਕਰੀਏ ਜੀ। ਰਾਗ ਆਸਾ, ਮਹੱਲਾ ਪਹਿਲਾ, ਅਸ਼ਟਪਦੀਆਂ, ਘਰ ਤੀਜਾ। ਆਸਾ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਅਸ਼ਟਪਦੀ ਹੈ। ਇਹ ਤੇ ਦੋ ਅਸ਼ਟਪਦੀਆਂ ਜਿਹੜੀਆਂ ਨੇ ਉਹ ਬਾਬਰ ਬਾਣੀ ਇਹਨੂੰ ਕਹਿ ਦਿੰਦੇ ਨੇ ਇੱਥੇ, ਪਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੋਈ ਬਾਬਰ ਬਾਣੀ ਦਾ ਟਾਈਟਲ ਨਹੀਂ ਹੈ। ਪਰ ਆਮ ਤੌਰ ਤੇ ਜੋ ਪਰੰਪਰਾ ਸੁਣਦੇ ਆਉਂਦੇ, ਇੱਕ ਤੋਂ ਦੂਸਰੇ ਤੱਕ, ਦੂਸਰੇ ਤੋਂ ਤੀਸਰੇ ਤੱਕ, ਜਿਹਨੂੰ ਸੀਨੇ ਮਸੀਨੇ ਕਹਿੰਦੇ ਆ, ਉਹ ਲੋਕ ਇਸ ਨੂੰ ਬਾਬਰ ਬਾਣੀ ਕਹਿ ਦਿੰਦੇ ਨੇ। ਜਾਣੀ ਇਹਦੇ ਵਿੱਚ ਜਦੋਂ ਬਾਬਰ ਦੀ ਬਾਣੀ, ਬਾਬਰ ਦਾ ਹੁਕਮ, ਬਾਬਰ ਦਾ ਜਿਹੜਾ ਨਿਜ਼ਮ ਉੱਥੇ ਚੱਲਿਆ, ਉਹਦਾ ਰੂਲ ਚੱਲਿਆ, ਉਹਦੇ ਵਿੱਚ ਜੋ ਕੁਝ ਹੋਇਆ ਉਹ ਸਾਹਮਣੇ ਰੱਖਦੇ ਨੇ। ਤੇ ਉਂਝ ਆਸਾ ਰਾਗ ਦੀ ਇਹ 11ਵੀਂ ਤੇ 12ਵੀਂ ਅਸ਼ਟਪਦੀ ਹੈ। ਸਵਰ ਤਾਲ ਦੇ ਭੇਦਾਂ ਅਨੁਸਾਰ ਇਸ ਨੂੰ ਪਹਿਲੇ ਘਰ ਵਿੱਚ ਗਾਉਣ ਦਾ ਹੁਕਮ ਕੀਤਾ ਗਿਆ ਔਰ ਸ਼ੁਰੂਆਤ ਵਿੱਚ ਮੂਲ ਮੰਤਰ ਦਾ ਸੰਖੇਪ ਸਰੂਪ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਜੀ ਇੱਕ ਹੈ, ਸ਼ਕਤੀਆਂ ਬਣ ਕੇ, ਗੁਣ ਬਣ ਕੇ, ਨਿਜ਼ਮ ਬਣ ਕੇ ਹਰ ਥਾਂ ਤੇ ਸਮਾਏ ਹੋਏ ਨੇ। ਉਹਨਾਂ ਦਾ ਰੂਪ ਸੱਚਾ ਗਿਆਨ ਹੈ। ਉਹ ਸੱਚਾ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਸਾਹਿਬ ਕੀ ਕਹਿ ਰਹੇ ਨੇ, ਉਹ ਜੋ ਗੁਰੂ ਸਾਹਿਬ ਦੀ ਆਵਾਜ਼ ਹੈ, ਸਮਝਾਇਆ ਕੀ ਜਾ ਰਿਹਾ, ਸਾਨੂੰ ਦੱਸਿਆ ਕੀ ਜਾ ਰਿਹਾ, ਉਹ ਸੱਚਾ ਗਿਆਨ ਹੈ, ਉਹ ਸਤਿਗੁਰ ਸਰੂਪ ਹੈ। ਉਹਨੂੰ ਮੰਨਦੇ ਹਾਂ, ਉਹਦੀ ਕਿਰਪਾ ਹੋਏਗੀ,
ਫਿਰ ਗੁਣਾਂ ਵਾਲਾ ਜੀਵਨ ਹੋਏਗਾ ਤੇ ਗੁਣੀ ਨਿਧਾਨ ਦਾ ਸ਼ੁਕਰਾਨਾ, ਰੱਬ ਦੀ ਹੋਂਦ ਹਰ ਵੇਲੇ ਮਹਿਸੂਸ ਹੋਣੀ। ਇਹ ਸਤਿਗੁਰ ਸਰੂਪ ਦੀ ਕਿਰਪਾ ਨਾਲ ਹੁੰਦਾ ਹੈ। ਹੁਣ ਸਤਿਗੁਰੂ ਜੀ ਕਹਿੰਦੇ, ਦੇਖੋ ਭਾਈ, ਜਦੋਂ ਬਾਬਰ ਨੇ ਹਮਲਾ ਕੀਤਾ ਉੱਥੇ ਕੀ ਕੁਛ ਵਾਪਰ ਰਿਹਾ। ਜਿਨ ਸਿਰ ਸੋਹਨ ਪੱਟੀਆਂ, ਮਾਂਗੀ ਪਾਏ ਸੰਧੂਰ। ਜਿਹੜੀਆਂ ਪਠਾਣਾਂ ਦੀਆਂ ਸ਼ਾਹ ਤੇ ਪਾਤਸ਼ਾਹ ਸਨ, ਜਿਹੜੇ ਅਮੀਰ ਤੇ ਉੱਥੇ ਰਾਜ ਭਾਗ ਕਰਨ ਵਾਲੇ ਸ਼ਾਹ ਬਾਦਸ਼ਾਹ ਕਹਾਉਂਦੇ ਸਨ, ਉਹਨਾਂ ਦੀਆਂ ਘਰਵਾਲੀਆਂ ਨਿੱਤ ਆਪਣੇ ਸਿਰਾਂ ਵਿੱਚ ਚੀਰ ਕੱਢ ਕੇ ਸੰਧੂਰ ਪਾਉਂਦੀਆਂ ਸਨ। ਤੇ ਜਦੋਂ ਬਾਬਰ ਆਇਆ, ਉਹਨਾਂ ਨੇ ਸਾਰਿਆਂ ਨੂੰ ਅਰੈਸਟ ਕਰ ਲਿਆ, ਗ੍ਰਿਫਤਾਰ ਕਰਕੇ ਉਹਨਾਂ ਜਿਹੜੀਆਂ ਪਠਾਣਾਂ ਸਨ, ਪਠਾਨ ਔਰਤਾਂ ਸਨ, ਜਿਨ੍ਹਾਂ ਦੇ ਸਿਰ ਕਦੀ ਗੁੰਦੇ ਹੁੰਦੇ ਸੀ, ਮਾਣਮੱਤੀਆਂ ਸਨ, ਇਸ ਹੰਕਾਰ ਵਿੱਚ ਡੁੱਬੀਆਂ ਸੀ ਕਿ ਅਸੀਂ ਸ਼ਾਹ ਤੇ ਬਾਦਸ਼ਾਹ ਦੀਆਂ ਰਾਣੀਆਂ ਪਟਰਾਣੀਆਂ ਹਾਂ, ਉਹਨਾਂ ਦੇ ਫਿਰ ਸਿਰ ਮੁੰਨ ਦਿੱਤੇ ਗਏ। ਸਿਰ ਕਾਤੀ ਮੁੰਨੀਆਂ, ਗਲ ਵਿੱਚ ਪਾ ਆਵੈ ਧੂੜ। ਸਿਰ ਮੁੰਨ ਕੇ ਉਹਨਾਂ ਦੀ ਬੇਇੱਜ਼ਤੀ ਕਰਕੇ। ਉਂਝ ਇਹ ਵੀ ਸਿਆਣੇ ਸੱਜਣ ਕਹਿੰਦੇ ਨੇ ਕਿ ਸਿਰ ਮੁੰਨਣ ਦੇ ਅਰਥ ਹੈ ਉਹਨਾਂ ਦੀਆਂ ਇੱਜ਼ਤਾਂ ਲੁੱਟ ਲੈਣੀਆਂ ਤੇ ਉਹਨਾਂ ਨੂੰ ਧੂ ਕੇ ਘੜੀਸ ਕੇ ਲਿਜਾਣਾ। ਉਹਨਾਂ ਦੇ ਧੂੜ ਪੈ ਗਈ, ਕਿਉਂਕਿ ਜਦੋਂ ਇੱਜ਼ਤਾਂ ਲੁੱਟਦੇ ਸੀ ਸ਼ਰੇਆਮ ਸਾਹਮਣੇ ਉਹ ਇਹ ਵਰਤਾਰੇ ਵਰਤਾਉਂਦੇ ਸਨ। ਮਹਿਲਾਂ ਅੰਦਰ ਹੁੰਦੀਆਂ, ਹੁਣ ਬਹਿਣ ਨਾ ਮਿਲਣ ਹਦੂਰ। ਕਦੀ ਉਹ ਮਹਿਲਾਂ ਦੇ ਵਿੱਚ ਆਪਣੇ ਹੰਕਾਰ ਵਿੱਚ ਮਤੀਆਂ ਸਨ, ਹੁਣ ਉਹਨਾਂ ਨੂੰ ਮਹਿਲਾਂ ਵਿੱਚ ਬੈਠਣਾ ਨਹੀਂ ਮਿਲ ਰਿਹਾ। ਕਿੱਦਾਂ ਦਾ ਵਰਤਾਰਾ ਹੈ ਜਿਹੜਾ ਕੱਲ੍ਹ ਦਾ ਅਮੀਰ ਕਹਾਉਂਦਾ ਹੈ, ਅੱਜ ਰੁਲਦਾ ਫਿਰਦਾ ਹੈ। ਜਿਹੜਾ ਕੱਲ੍ਹ ਦਾ ਆਪਣੇ ਆਪ ਨੂੰ ਫਾਨੇ ਖਾਂ ਕਹਾਉਂਦਾ ਹੈ, ਅੱਜ ਉਹਨੂੰ ਕੋਈ ਪੁੱਛਦਾ ਨਹੀਂ। ਇਹ ਰੱਬੀ ਵਰਤਾਰੇ ਨੇ। ਸਤਿਗੁਰੂ ਜੀ ਕਹਿੰਦੇ, ਜਿੱਥੇ ਵੀ ਹੰਕਾਰ, ਪੈਸਾ, ਪ੍ਰਾਪਰਟੀ, ਅਮੀਰੀ ਦਾ ਨਸ਼ਾ ਹੋਏਗਾ, ਉੱਥੇ ਫਿਰ ਡੈਫੀਨੇਟਲੀ ਉਹਦਾ ਦੁਖਾਂਤਿਕ ਪੱਖ ਵੀ ਆਉਂਦਾ ਹੈ। ਇਸ ਲਈ ਆਦੇਸ਼ ਬਾਬਾ ਆਦੇਸ਼, ਹਰ ਵੇਲੇ ਰੱਬ ਨੂੰ ਸਮਰਪਿਤ ਹੋਣਾ ਚਾਹੀਦਾ, ਰੱਬ ਦੇ ਅੱਗੇ ਝੁਕਣਾ ਚਾਹੀਦਾ। ਆਦੇਸ਼ ਹੁੰਦਾ ਝੁਕਣਾ, ਸਰੈਂਡਰ ਹੋ ਜਾਣਾ, ਸਮਰਪਿਤ ਹੋ ਜਾਣਾ ਵਾਹਿਗੁਰੂ ਜੀ ਨੂੰ। ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਦੇਖੈ ਵੇਸ ਰਹਾ। ਇਹ ਵਾਹਿਗੁਰੂ ਜੀ, ਤੇਰਾ ਕੋਈ ਭੇਦ ਨਹੀਂ ਪਾ ਸਕਦਾ। ਕੈਸੇ ਕਦੀ ਸਮੂਹਿਕ ਵਰਤਾਰੇ ਵਰਤਦੇ ਨੇ, ਵੱਡੇ ਪੱਧਰ ਦੇ ਵਰਤਾਰੇ ਵਾਪਰ ਜਾਂਦੇ ਨੇ। ਤੁਸੀਂ ਦੇਖ ਰਹੇ ਹੋ ਵਾਹਿਗੁਰੂ ਜੀ, ਇਹ ਤੁਹਾਡੇ ਭੇਦ ਨੇ, ਇਹ ਤੁਹਾਡੇ ਕੌਤਕ ਨੇ। ਇਹਨਾਂ ਕੌਤਕਾਂ ਨੂੰ ਕੋਈ ਪੂਰਾ ਨਹੀਂ ਸਮਝ ਸਕਦਾ। ਕਦੋਂ ਕਿਹੜਾ ਵੱਡਾ ਵਰਤਾਰਾ ਵਰਤ ਜਾਵੇ ਤੇ ਕਦੋਂ ਸਮੁੱਚਾ ਸਮਾਜ, ਸਮੁੱਚੀ ਦੁਨੀਆ ਕਰਵਟ ਲੈ ਜਾਵੇ, ਕੁਛ ਨਹੀਂ ਪਤਾ ਹੁੰਦਾ। ਇਹ ਰੱਬ ਦਾ ਇੱਕ ਨਿਜ਼ਮ ਚੱਲਦਾ ਹੈ। ਰਹਾਓ ਸੈਂਟਰਲ ਆਈਡੀਆ ਹੈ। ਹੁਣ ਫਿਰ ਉਹਨਾਂ ਦਾ ਸੀਨ ਫਿਰ ਦੱਸ ਰਹੇ ਨੇ। ਜਦੋਂ ਸੀਆਂ ਵਿਆਹੀਆਂ, ਲਾੜੇ ਸੋਹਣ ਪਾਸ। ਜਦੋਂ ਉਹ ਵਿਆਹ ਕੇ ਆਈਆਂ ਸਨ, ਕਿੰਨੇ ਚਾਉ ਮਲਾਰ ਸਨ ਕਿ ਅਸੀਂ ਅਮੀਰ ਘਰਾਣਿਆਂ ਵਿੱਚੋਂ ਹਾਂ, ਅਮੀਰਾਂ ਨਾਲ ਵਿਆਹੀਆਂ ਗਈਆਂ, ਆਪਣੇ ਪਤੀਆਂ ਦੇ ਨਾਲ ਸੋਹੰਦੀਆਂ ਸੀ। ਇੱਕ ਪਾਸੇ ਵਿਚਾਰੇ ਗਰੀਬ ਆਮ ਦੁਨੀਆ, ਇੱਕ ਪਾਸੇ ਆਪਣੇ ਆਪ ਨੂੰ ਅਮੀਰੀ ਦੇ ਲਾ ਲਸ਼ਕਰ ਦੇ ਵਿੱਚ ਆਪਣੇ ਆਪ ਨੂੰ ਸੰਵਾਰੀਆਂ ਸ਼ਿੰਗਾਰੀਆਂ। ਹਿੰਡੋਲੀ ਚੜ ਆਈਆਂ, ਦੰਦ ਖੰਡ ਕੀਤੇ ਰਾਸ। ਦੁਬਾਰਾ ਪੜ੍ਹ ਲਈਏ ਜੀ। ਹਿੰਡੋਲੀ ਚੜ ਆਈਆਂ, ਦੰਦ ਖੰਡ ਕੀਤੇ ਰਾਸ। ਹੀ ਡੋਲੀ ਪਾਲਕੀ ਤੇ ਚੜ੍ਹ ਕੇ ਆਈਆਂ ਜਦੋਂ ਵਿਆਹੀਆਂ ਗਈਆਂ। ਦੰਦ ਖੰਡ, ਹਾਥੀ ਦੇ ਦੰਦਾਂ ਦੇ ਚੂੜੇ ਪਹਿਨੇ ਹੋਏ ਉਹਨਾਂ ਦੇ। ਸਾਰੀ ਦੁਨੀਆ ਹੈਰਾਨ ਸੀ। ਦੇਖੋ ਜੀ, ਕਿੰਨੀਆਂ ਸਜੀਆਂ ਧਜੀਆਂ ਸ਼ਿੰਗਾਰੀਆਂ ਹੋਈਆਂ ਨੇ। ਉੱਪਰੋਂ ਪਾਣੀ ਵਾਰੀ ਹੈ, ਝੱਲੇ ਝਿਮਕਣ ਪਾਸ। ਉਹਨਾਂ ਤੋਂ ਪਾਣੀ ਵਾਰਿਆ ਜਾਂਦਾ ਜਦੋਂ ਵਿਆਹ 'ਤੇ ਆਉਂਦੀਆਂ। ਝੱਲੇ ਹੁੰਦਾ ਪੱਖੀਆਂ ਹੱਥ 'ਚ ਫੜੀਆਂ। ਝਿਮਕਣ, ਉਹਨਾਂ 'ਤੇ ਸ਼ੀਸ਼ੇ ਲੱਗੇ ਹੁੰਦੇ ਸੀ, ਉਹ ਸ਼ੀਸ਼ੇ ਚਮਕਦੇ ਸੀ। ਝਿਮਕਣ ਪਾਸ, ਲਿਸ਼ਕਾਰੇ ਪੈਂਦੇ ਸੀ ਉਹਨਾਂ ਸ਼ੀਸ਼ਿਆਂ ਦੇ। 1 ਲੱਖ ਲਹਿਣ ਬੈਠੀਆਂ, ਲੱਖ ਲਹਿਣ ਖੜੀਆਂ। ਤੇ ਉਹ ਲੱਖ ਰੁਪਈਆ ਉਹਨਾਂ ਨੂੰ ਸ਼ਗਨ, ਬੈਠੀਆਂ ਨੂੰ ਜਦੋਂ ਬੈਠਦੀਆਂ ਲੱਖ ਰੁਪਈਆ ਸ਼ਗਨ ਦਿੰਦੇ। ਤੇ ਜਦੋਂ ਖੜੀਆਂ ਹੁੰਦੀਆਂ ਫਿਰ ਸ਼ਗਨ ਮਿਲਦਾ। ਗਰੀ ਸ਼ੁਹਾਰੇ ਖਾਂਦੀਆਂ, ਮਾਣਨ ਸੇ ਜੜੀਆਂ। ਦੁਨੀਆ ਦੇਖਦੀ ਸੀ, ਦੇਖੋ ਜੀ, ਇਹ ਅਮੀਰਾਂ ਦੇ ਚੋਜ, ਇਹ ਬਦਾਮਾਂ ਦੀਆਂ ਗਿਰੀਆਂ ਸ਼ੁਹਾਰੇ ਖਾਂਦੀਆਂ ਨੇ, ਸੇਜਾਂ ਮਾਣਦੀਆਂ ਨੇ। 3 ਗਲ ਸਿਲਕਾਂ ਪਾਈਆਂ, ਟੁੱਟਣ ਮੁੱਤ ਸਰੀਆਂ। ਦੇਖੋ ਰੱਬ ਦਾ ਕੌਤਕ ਵਾਪਰਿਆ। ਬਾਬਰ ਦਾ ਹਮਲਾ ਹੋਇਆ,
ਇਹਨਾਂ ਦੇ ਗਲ ਵਿੱਚ ਫਾਹੀਆਂ ਪੈ ਗਈਆਂ, ਬੰਨ੍ਹ ਕੇ ਲਿਜਾਇਆ ਜਾ ਰਿਹਾ ਹੈ। ਟੁੱਟਣ ਮੋਤਸਰੀਆਂ, ਮੋਤੀਆਂ ਦੇ ਹਾਰ ਟੁੱਟ ਰਹੇ ਨੇ, ਮੋਤੀਆਂ ਦੀਆਂ ਲੜੀਆਂ ਵਿਖਰ ਰਹੀਆਂ ਨੇ। ਧਨ ਜੋ ਬੰਦੋਏ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ। ਜਿਸ ਧਨ ਅਮੀਰੀ ਤੇ ਜਵਾਨੀ ਦੇ ਹੰਕਾਰ ਵਿੱਚ ਰੱਬ ਭੁਲਾ ਦਿੱਤਾ ਸੀ, ਉਹ ਪੈਸਾ ਤੇ ਜਵਾਨੀ ਹੀ ਦੁਸ਼ਮਣ ਬਣ ਗਏ। ਪੈਸਾ ਲੁੱਟਣਾ ਸੀ। ਬਾਬਰ ਦੀਆਂ ਫੌਜਾਂ ਨੇ ਹਮੇਸ਼ਾ ਜ਼ਰਬਾਨੇ ਦੂਸਰਿਆਂ ਨੂੰ ਲੁੱਟਦੇ ਨੇ, ਤੇ ਉਹਨਾਂ ਦਾ ਰੂਪ ਦੇਖ ਕੇ ਉਹਨਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ। ਜਿਸ ਨੂੰ ਰੰਗ ਤਮਾਸ਼ੇ ਸਮਝਦੇ ਸਨ, ਜਿਸ ਨੂੰ ਖੁਸ਼ੀ ਸਮਝਦੇ ਸੀ, ਜਿਹਦੇ ਤੇ ਮਾਣ ਗੁਮਾਨ ਹੰਕਾਰ ਕਰਦੇ ਸੀ, ਉਹੀ ਅੱਜ ਦੁਸ਼ਮਣ ਬਣ ਗਏ। ਦੂਤਾਂ ਨੂੰ ਫੁਰਮਾਇਆ, ਲੈ ਚੱਲੇ ਪੱਤ ਗਵਾਏ। ਉਹਨਾਂ ਨੇ ਸਿਪਾਹੀਆਂ ਨੂੰ ਕਹਿ ਦਿੱਤਾ, ਇੱਥੇ ਦੂਤਾਂ ਦੇ ਹੱਥ ਸਿਪਾਹੀ ਹੈ, ਚਲੋ ਲੈ ਚਲੋ ਇਹਨਾਂ ਨੂੰ। ਪੱਤ ਗਵਾਏ, ਉਹਨਾਂ ਦੀਆਂ ਇੱਜ਼ਤਾਂ ਲੁੱਟ ਲਈਆਂ। ਚੱਲ ਪਈਆਂ ਵਿਚਾਰੀਆਂ ਇੱਜ਼ਤਾਂ ਲੁਟਾ ਕੇ। ਜੇ ਤਿਸ ਭਾਵੈ ਦੇ ਵਡਿਆਈ, ਜੇ ਭਾਵੈ ਦੇ ਸਜਾਏ। ਇਸ ਲਈ ਜੀਵਨ ਰੱਬ ਦੇ ਭੈ ਵਿੱਚ ਜਿਉਣਾ ਚਾਹੀਦਾ ਹੈ। ਉਸ ਨੂੰ ਚੰਗਾ ਲੱਗੇ ਤਾਂ ਉਹ ਬਖਸ਼ਿਸ਼ ਦਿੰਦਾ ਹੈ। ਜੇ ਜੀਵਨ ਉਹਦੇ ਨਿਯਮਾਂ ਦੇ ਉਲਟ ਹੋਵੇ ਤਾਂ ਦੁੱਖਾਂ ਦੀ ਸਜ਼ਾ ਮਿਲਦੀ ਹੈ, ਚਿੰਤਾਵਾਂ ਦੀ ਸਜ਼ਾ ਮਿਲਦੀ ਹੈ। ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੈ ਸਜਾਏ। ਜੇ ਰੱਬ ਦੇ ਭੈ ਵਿੱਚ ਜੀਵਨ ਜਿਉਇਆ ਜਾਵੇ, ਜੇ ਪਹਿਲਾਂ ਹੀ ਰੱਬ ਦੀ ਭੈ ਭਾਵਨੀ ਵਿੱਚ ਜੀਵਨ ਜਿਉਇਆ ਜਾਵੇ, ਤਾਂ ਫਿਰ ਦੁੱਖਾਂ ਦੀ ਸਜ਼ਾ ਕਿਉਂ ਮਿਲੇ, ਆਖੋ ਵਾਹਿਗੁਰੂ ਨੂੰ। ਪਰ ਹੋਇਆ ਕੀ ਸੀ, ਸ਼ਾਹਾਂ ਸੁਰਤ ਗਵਾਈਆਂ, ਰੰਗ ਤਮਾਸ਼ਾ ਚਾਏ। ਜਿਹੜੇ ਸ਼ਾਹ ਸੀ, ਅਮੀਰ ਸੀ, ਜਿਨ੍ਹਾਂ ਦਾ ਰਾਜ ਭਾਗ ਸੀ, ਉਹਨਾਂ ਨੇ ਹੰਕਾਰ ਦੇ ਵਿੱਚ ਆਪਣੇ ਫਰਜ਼ ਭੁਲਾ ਦਿੱਤੇ। ਉਹ ਆਪਣੇ ਰੰਗ ਤਮਾਸ਼ਿਆਂ ਵਿੱਚ, ਐਸ਼ੋ ਇਸ਼ਰਤ ਦੇ ਵਿੱਚ, ਨਸ਼ਿਆਂ ਦੇ ਵਿੱਚ, ਨਾਚ ਟਾਪ, ਗਾਣੇ ਸੁਣਨੇ, ਇਹਦੇ ਵਿੱਚ ਆਪਣੇ ਫਰਜ਼ ਭੁਲਾ ਕੇ ਭੁੱਲੇ ਹੋਏ ਸੀ। ਤੇ ਰੱਬ ਦਾ ਨਿਯਮ ਹੁੰਦਾ ਹੈ, ਇੱਕ ਭੁੱਲਦਾ ਹੈ, ਦੂਸਰੀ ਸ਼ਕਤੀ ਉਸ ਨੂੰ ਅਹਿਸਾਸ ਕਰਾਉਂਦੀ ਹੈ। ਹੋਇਆ ਕਿ ਇਹ ਸਾਰੇ ਭੁੱਲੇ ਹੋਏ ਸੀ, ਆਪਣੇ ਰੰਗ ਤਮਾਸ਼ਿਆਂ ਵਿੱਚ ਫਰਜ਼ ਭੁਲਾ ਚੁੱਕੇ ਸੀ। ਪਰਜਾ ਦੇ ਲਈ ਕੁਝ ਕਰਨ ਦੇ ਲਈ ਪਰਜਾ ਨੂੰ ਲੁੱਟਦੇ ਸੀ, ਪਰਜਾ ਨੂੰ ਦੁਖੀ ਕਰਦੇ ਸੀ। ਬਾਬਰ ਬਾਣੀ ਫਿਰ ਗਈ, ਕੋਇਰ ਨਾ ਰੋਟੀ ਖਾਏ। ਜਦੋਂ ਬਾਬਰ ਦਾ ਹਮਲਾ ਹੋਇਆ, ਬਾਣੀ ਦੇ ਅਰਥ ਉਹਨੇ ਹੁਕਮ ਕੀਤਾ, ਹਮਲਾ ਕਰ ਦਿਓ। ਉਹਦਾ ਹੁਕਮ ਜਦੋਂ ਸਾਰਿਆਂ ਤੇ ਫਿਰ ਗਿਆ, ਹਮਲਾ ਹੋ ਗਿਆ। ਕੋਇਰ ਸ਼ਾਹਜ਼ਾਦੇ ਜਿਹੜੇ ਸੀ ਪਠਾਨਾਂ ਦੇ, ਉਹਨਾਂ ਨੂੰ ਰੋਟੀ ਤੱਕ ਨਹੀਂ ਸੀ ਮਿਲਦੀ, ਖਾਣਾ ਨਹੀਂ ਸੀ ਮਿਲਦਾ, ਕਿਉਂਕਿ ਕੈਦੀ ਹੋ ਗਏ ਨੇ, ਬੰਨ੍ਹ ਕੇ ਲਿਜਾਏ ਗਏ। ਉਹਨਾਂ ਦੇ ਸਾਹਮਣੇ ਔਰਤਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ। ਇੱਕ ਨਾ ਵਕਤ ਖੁਆਈਨ, ਇੱਕ ਨਾ ਪੂਜਾ ਜਾਏ। ਸੈਦਪੁਰ ਦੇ ਵਿੱਚ ਜਿਹੜੇ ਇਸਲਾਮਿਕ ਮਤ ਨਾਲ ਰੱਖਦੇ ਸੀ, ਉਹ ਕੈਦੀ ਨੇ। ਅੱਜ ਇਹਨਾਂ ਨੂੰ ਕੋਈ ਨਮਾਜ਼ ਨਹੀਂ ਪੜ੍ਹਨ ਦੇ ਰਿਹਾ। ਜਿਹੜੇ ਹਿੰਦੂ ਮਤ ਨਾਲ ਸੰਬੰਧਿਤ ਸੀ, ਉਹਨਾਂ ਨੂੰ ਕੋਈ ਪੂਜਾ ਨਹੀਂ ਕਰਨ ਦੇ ਰਿਹਾ। ਚੌਂਕੇ ਵਿਣ ਹਿੰਦਵਾਣੀਆਂ, ਕਿਉਂ ਟਿੱਕੇ ਕੱਢੈ ਨਾਏ। ਉਹ ਹਿੰਦਵਾਣੀਆਂ ਜਿਹੜੀਆਂ ਆਪਣੇ ਆਪ ਨੂੰ ਅਮੀਰ ਕਹਾਉਂਦੀਆਂ ਸਨ, ਚੰਗਾ ਸੱਜ ਧੱਜ ਕੇ, ਟਿੱਕੇ ਲਾ ਕੇ, ਸੁੱਚਾ ਚੌਂਕਾ ਬਣਾ ਕੇ ਉਹਦੇ ਤੇ ਬੈਠਦੀਆਂ ਸੀ। ਅੱਜ ਨਾ ਕੋਈ ਟਿੱਕੇ ਲਾਉਣ ਦੀ ਇਜਾਜ਼ਤ ਹੈ ਤੇ ਨਾ ਉਹ ਚੌਂਕਿਆਂ ਤੇ ਬੈਠਣ ਦੀ। ਉਹ ਸਭ ਕੁਝ ਰੁਲ ਗਿਆ, ਲੁੱਟਿਆ ਪੁੱਟਿਆ ਗਿਆ। ਰਾਮ ਨਾ ਕਬਹੂ ਚੇਤਿਓ, ਹੁਣ ਕਹਿਣ ਨਾ ਮਿਲੈ ਖੁਦਾਏ। ਉਹ ਜਿਹੜੀਆਂ ਹਿੰਦਵਾਣੀਆਂ ਸਨ, ਉਹਨਾਂ ਨੂੰ ਕੋਈ ਰਾਮ ਨਹੀਂ ਕਹਿਣ ਦੇ ਰਿਹਾ, ਤੇ ਜਿਹੜੇ ਇਸਲਾਮਿਕ ਵਾਲੇ ਸੀ, ਉਹਨਾਂ ਨੂੰ ਖੁਦਾ ਕਹਿਣ ਦਾ ਮੌਕਾ ਨਹੀਂ। ਹੱਥੋਂ ਖੁੰਝ ਗਏ। ਇੱਕ ਘਰ ਆਵੈ ਆਪਣਾ, ਇੱਕ ਮਿਲ ਪੁੱਛੈ ਸੁੱਖ। ਕੁਝ ਕੁ ਜਿਹੜੇ ਬਚ ਗਏ ਆਪਣੇ ਘਰ ਆ ਗਏ, ਇੱਕ ਦੂਸਰੇ ਦੀ ਸੁੱਖ ਪੁੱਛਦੇ। ਇੱਕ ਨਾ ਇਹੋ ਲਿਖਿਆ, ਬਹਿ ਬਹਿ ਰੋਵੈ ਦੁੱਖ। ਇਹ ਰੱਬ ਦਾ ਖੇਲ ਹੈ। ਕੋਈ ਦੁਖੀ ਆਪਣੇ ਰੋਣੇ ਰੋਂਦਾ ਹੈ, ਤੇ ਕੋਈ ਇੱਕ ਦੂਸਰੇ ਨੂੰ ਹੌਸਲਾ ਦਿੰਦਾ ਹੈ। ਜੋ ਤਿਸ ਭਾਵੈ ਨਾਨਕਾ, ਜੋ ਤਿਸ ਭਾਵੈ ਸੋ ਥੀਐ। ਨਾਨਕ ਕਿਆ ਮਨੁੱਖ। ਹੇ ਨਾਨਕ ਜੀ, ਇਹ ਮਨੁੱਖ ਵਿਚਾਰਾ ਕੀ ਕੁਝ ਨਹੀਂ ਕਰ ਸਕਦਾ। ਉਹਦਾ ਇੱਕ ਨਿਯਮ ਹੈ, ਜੇ ਨਿਯਮ ਨੂੰ ਸਮਝ ਜਾਵੇ, ਨਿਯਮ ਨੂੰ ਫੋਲੋ ਕਰ ਲਵੇ ਤਾਂ ਜੀਵਨ ਸਫਲ ਕਰ ਜਾਏਗਾ। ਫਰਜ਼ਾਂ ਨੂੰ ਪਹਿਚਾਨ ਲਵੇ ਤਾਂ ਜੀਵਨ ਸਫਲ ਕਰ ਜਾਏਗਾ। ਨਹੀਂ ਤੇ ਜੋ ਰੱਬ ਨੂੰ ਪਾਉਂਦਾ ਹੈ, ਉਹ ਵਰਤਾਰੇ ਵਰਤ ਜਾਂਦੇ ਨੇ। ਆਸਾ ਮਹੱਲਾ ਪਹਿਲਾ, ਆਸਾ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ 12ਵੀਂ ਅਸ਼ਟਪਦੀ ਹੈ। ਬਾਬਰ ਬਾਣੀ ਦੇ 2 ਸ਼ਬਦ ਨੇ, ਇਹ ਦੂਸਰਾ ਸ਼ਬਦ ਹੈ। ਸਤਿਗੁਰੂ ਜੀ ਕਹਿੰਦੇ, ਦੇਖੋ ਭਾਈ, ਕਿੰਨਾ ਮਾਣ ਹੰਕਾਰ ਸੀ ਕਿਸੇ ਨੂੰ ਕਰਮ ਕਾਂਡਾਂ ਤੇ, ਕਿਸੇ ਨੂੰ ਵਹਿਮਾਂ ਭਰਮਾਂ ਤੇ, ਕਿਸੇ ਨੂੰ ਟੂਣੇ ਟਾਮਣ ਤੇ,
ਕਿਸੇ ਨੂੰ ਆਪਣੀ ਅਮੀਰੀ ਤੇ, ਕਿਸੇ ਨੂੰ ਆਪਣੀ ਚੁਸਤ ਚਲਾਕੀ ਤੇ। ਪਰ ਜਦੋਂ ਇਹ ਵਰਤਾਰਾ ਵਰਤਿਆ, ਕਹਾਂ ਸੋ ਖੇਲ ਤਬੇਲਾ ਘੋੜੇ, ਕਹਾਂ ਭੇਰੀ ਸ਼ਹਿਨਾਈ। ਕਿੱਧਰ ਗਏ ਖੇਲ ਤਬੇਲਾ? ਉਹ ਜਿਹੜੇ ਫੌਜੀ ਤਮਾਸ਼ੇ ਕਰਦੇ ਸੀ, ਤਬੇਲੇ ਸੀ ਘੋੜਿਆਂ ਦੇ, ਨਗਾਰੇ ਵੱਜਦੇ ਸੀ, ਸਹਿਨਾਈ ਅੱਗੇ ਅੱਗੇ ਤੂਤੀਆਂ ਵੱਜਦੀਆਂ ਸੀ, ਕਿੱਧਰ ਗਈਆਂ? ਸਭ ਰੁਲ ਗਈਆਂ। ਕਹਾਂ ਸੋ ਤੇਗ ਬੰਦ ਗਾ ਡੇਰੜ, ਕਹਾਂ ਸੋ ਲਾਲ ਗਵਾਈ। ਤੇਗ ਬੰਦ ਹੁੰਦਾ ਗਾਤਰਾ, ਜਿਹਦੇ ਚ ਤੇਗ ਪਾਈ ਜਾਂਦੀ। ਗਾਡੇਰੜ, ਗਾਡੇਰੜ ਹੁੰਦਾ ਭੇਡਾਂ ਦੀ ਉੱਨ, ਪੱਛਮ ਦੇ ਬਣੇ ਹੋਏ ਗਾਤਰੇ ਪਾਉਂਦੇ ਸੀ, ਵੀ ਬੜੇ ਸੋਹਣੇ ਲੱਗਦੇ ਨੇ। ਉਹ ਜਿਹੜੇ ਲਾਲ ਹੀਰੇ ਚਮਕਦੇ, ਕਿੱਧਰ ਗਏ? ਸਭ ਲੁੱਟਿਆ ਪੁੱਟਿਆ ਗਿਆ। ਕਹਾਂ ਸੋ ਆਰਸੀਆਂ ਮੁਹ ਬੰਕੈ, ਇੱਥੇ ਦੇ ਸਹਿਨਾਹੀ ਆਪਣੇ ਸੋਹਣੇ ਸੋਹਣੇ ਮੁਖ ਸ਼ੀਸ਼ਿਆਂ 'ਚ ਦੇਖਦੇ ਸੀ, ਹੰਕਾਰ ਕਰਦੇ ਸੀ, ਸਾਡੇ ਵਰਗਾ ਸੋਹਣਾ ਕੋਈ ਨਹੀਂ, ਸਾਡੇ ਵਰਗਾ ਅਮੀਰ ਕੋਈ ਨਹੀਂ। ਕਿੱਧਰ ਗਏ ਉਹ ਸ਼ੀਸ਼ੇ? ਕਿੱਧਰ ਗਏ ਉਹ ਦੇਖਣ ਵਾਲੇ ਮੂੰਹ? ਇਹ ਜਗ ਤੇਰਾ ਤੂੰ ਗੋਸਾਈ ਹੈ ਵਾਹਿਗੁਰੂ ਜੀ, ਇਹ ਤੇਰਾ ਜਗਤ ਹੈ, ਤੂੰ ਇਸ ਦਾ ਮਾਲਕ ਹੈ। ਏਕ ਘੜੀ ਮੈਂ ਥਾਪ ਉਥਾਪੇ, ਜਾਰ ਵੰਡ ਦੇਵੈ ਭਾਈ ਰਾਓ। ਹੇ ਵਾਹਿਗੁਰੂ ਜੀ, ਤੇਰੇ ਕੌਤਕ ਨੇ। ਇੱਕ ਛਿਨ ਦੇ ਵਿੱਚ ਮੌਤ ਆਉਂਦੀ ਹੈ। ਥਾਪ ਉਥਾਪੇ, ਜਿਹੜੇ ਤੇਰੇ ਪੈਦਾ ਕੀਤੇ ਉਹ ਥਾਪੇ, ਉਹਨਾਂ ਦਾ ਨਾਸ਼ ਹੋ ਜਾਂਦਾ। ਤੇ ਜੋ ਕੁਛ ਉਹਨੇ ਕਮਾਇਆ ਹੁੰਦਾ ਉਹ ਵੰਡ ਦਿੱਤਾ ਜਾਂਦਾ ਉਹਦੇ ਭਰਾਵਾਂ ਵਿੱਚ, ਉਹਦੀ ਸੰਤਾਨ ਵਿੱਚ। ਇਹ ਰਹਾਓ ਸੈਂਟਰਲ ਆਈਡੀਆ ਹੈ। ਕਿਸ ਚੀਜ਼ ਦਾ ਮਾਣ? ਕਦੀ ਪੈਸੇ ਪ੍ਰਾਪਰਟੀ ਪਿੱਛੇ ਅੰਨੀ ਦੌੜ ਨਹੀਂ ਲਾਉਣੀ ਚਾਹੀਦੀ, ਕਦੀ ਅਮੀਰੀ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਤੇ ਕੇਵਲ ਕਰਮਕਾਂਡਾਂ ਵਿੱਚ ਵੀ ਨਹੀਂ ਫਸਣਾ ਚਾਹੀਦਾ। ਅਸਲੀ ਧਰਮ ਦੀ ਅਸਲੀਅਤ ਨੂੰ ਸਮਝਣਾ, ਫਰਜ਼ਾਂ ਦੀ ਪਹਿਚਾਣ ਜ਼ਿੰਦਗੀ ਵਿੱਚ ਹੋਵੇ। ਸਤਿਗੁਰੂ ਜੀ ਅੱਗੇ ਹੋਰ ਕਹਿ ਰਹੇ ਨੇ, ਕਹਾਂ ਸੋ ਦਰ ਘਰ ਮੰਡਪ ਮਹਿਲਾਂ, ਕਹਾਂ ਸੋ ਬੰਕ ਸਰਾਈ। ਕਿੱਧਰ ਗਏ ਉਹ ਘਰ ਅਮੀਰਾਂ ਦੇ? ਕਿੱਧਰ ਗਏ ਉਹ ਦਰਵਾਜ਼ੇ ਜਿੱਥੇ ਆਮ ਮਨੁੱਖ ਖੜਦਾ ਸੀ, ਅੰਦਰ ਨਹੀਂ ਸੀ ਆਉਣ ਦਿੱਤਾ ਜਾਂਦਾ? ਮੰਡਪ ਮਹਿਲਾਂ, ਮਹਿਲ ਮਾੜੀਆਂ। ਕਿੱਧਰ ਗਏ ਸੋਹਣੀਆਂ ਸੋਹਣੀਆਂ ਬਣਾਈਆਂ ਸਰਾਵਾਂ, ਸਰਾਈ। ਕਹਾਂ ਸੋ ਸੇਜ ਸੁਖਾਲੀ ਕਾਮਣ, ਜਿਸ ਵੇਖ ਨੀਂਦ ਨਾ ਪਾਈ। ਆਮ ਵਿਚਾਰਾ ਬੰਦਾ ਜਦੋਂ ਅਮੀਰਾਂ ਦੇ ਬੈੱਡ ਦੇਖਦਾ, ਅਮੀਰਾਂ ਦੀ ਸੇਜ ਦੇਖਦਾ, ਉਹਨੂੰ ਨੀਂਦ ਨਹੀਂ ਸੀ ਆਉਂਦੀ, ਭਾਵ ਹੈਰਾਨ ਹੋ ਜਾਂਦਾ ਵੀ ਇਹੋ ਜਿਹੀਆਂ ਸੋਹਣੀਆਂ ਸੁੱਖ ਵਾਲੀਆਂ ਸੇਜਾਂ ਤੇ ਉਹ ਸੌਂਦੇ ਨੇ। ਇੱਥੇ ਮੈਂ ਬੇਨਤੀ ਕਰਾਂ, ਉਹ ਜਿਹੇ ਜਿਹੀਆਂ ਸੇਜਾਂ ਉਸ ਵੇਲੇ ਵੱਡੇ ਵੱਡੇ ਅਮੀਰਾਂ ਬਾਦਸ਼ਾਹਾਂ ਦੇ ਘਰ ਹੁੰਦੀਆਂ ਸੀ, ਸ਼ੁਕਰ ਵਾਹਿਗੁਰੂ ਜੀ ਦਾ, ਉਹ ਜੀ ਸੇਜ, ਉਹ ਜਿਹਾ ਬੈੱਡ ਅੱਜ ਸਾਡੇ ਘਰਾਂ ਵਿੱਚ ਹੈ। ਹੰਕਾਰ ਨਹੀਂ ਕਰਨਾ ਚਾਹੀਦਾ। ਗੁਰੂ ਪਾਤਸ਼ਾਹ ਨੇ ਸਿਖਾਇਆ, ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਮਨ 8 ਪਹਿਰ ਤਾਂ ਕਾ ਜਸ ਗਾਵੀ ਜੈ। ਇਹ ਸਭ ਕੁਛ ਰੱਬ ਦਾ ਦਿੱਤਾ ਹੋਇਆ। ਜਿਨ੍ਹਾਂ ਹੰਕਾਰ ਦੇ ਵਿੱਚ ਸੇਜਾਂ ਮਾਣੀਆਂ, ਕਿੱਧਰ ਗਈਆਂ ਉਹ ਸੇਜਾਂ? ਕਹਾਂ ਸੋ ਪਾਨ ਤੰਬੋਲੀ ਹਰਮਾ, ਹੋਈਆਂ ਸ਼ਾਈ ਮਾਈ। ਪਾਨ ਤੰਬੋਲੀ, ਪਾਨ ਦੀਆਂ ਉਸ ਵੇਲੇ ਹੱਟਾਂ ਹੁੰਦੀਆਂ, ਹੱਟੀਆਂ ਜਿੱਥੋਂ ਪਾਨ ਖਰੀਦਿਆ ਜਾਂਦਾ, ਹਰਮਾ ਬੁਰਕੇ ਪਾਏ ਹੁੰਦੇ। ਕਿੱਧਰ ਗਏ? ਸਭ ਸ਼ਾਈ ਮਾਈ ਹੋ ਗਿਆ, ਸਭ ਉਜੜ ਗਿਆ। ਹੰਕਾਰ ਨੂੰ ਕਦੋਂ ਮਾਰ ਪੈ ਜਾਵੇ, ਇੱਕ ਛਿਨ ਵਿੱਚ ਖੇਡ ਵਾਪਰ ਜਾਂਦਾ ਹੈ। ਰੱਬ ਦੀ ਚੱਕੀ ਜਦੋਂ ਚੱਲਦੀ ਹੈ, ਪੀਂਦੀ ਬੜਾ ਬਰੀਕ ਹੈ, ਇਸ ਲਈ ਉਹਦੇ ਡਰ ਵਿੱਚ ਜਿਉਣਾ ਚਾਹੀਦਾ ਹੈ। ਇਸ ਜਰ ਕਾਰਨ ਘਣੀ ਬਿਗੁਤੀ, ਇਨ ਜਰ ਘਣੀ ਖੁਆਈ। ਜਿਸ ਜਵਾਨੀ ਦੇ ਹੰਕਾਰ ਵਿੱਚ ਅਣਗਿਣਤ ਦੁਨੀਆ ਖੱਜਲ ਖੁਆਰ ਹੋਈ, ਉਸ ਜਵਾਨੀ ਦੇ ਜੋਸ਼ ਦੇ ਵਿੱਚ, ਜਵਾਨੀ ਦੇ ਹੰਕਾਰ ਵਿੱਚ ਅਣਗਿਣਤ ਹੀ ਘਣੀ ਖੁਆਈ। ਆਪਣੇ ਅੰਦਰੋਂ ਗੁਣ ਲੁਟਾ ਲਏ, ਆਪਣੇ ਅੰਦਰੋਂ ਫਰਜ਼ਾਂ ਦੀ ਪਹਿਚਾਣ ਲੁਟਾ ਲਈ, ਆਪਣੇ ਅੰਦਰੋਂ ਸਭ ਕੁਛ। ਮਨੁੱਖ ਆਪਣੇ ਜੀਵਨ ਦੀ ਅਸਲੀਅਤ ਗਵਾ ਲੈਂਦਾ ਹੈ। ਉਹ ਜਿਸ ਨੂੰ ਮਾਇਆ ਕਹਿੰਦਾ ਹੈ, ਜਿਹਨੂੰ ਪ੍ਰਾਪਰਟੀ ਕਹਿੰਦਾ ਹੈ, ਜਿਹਨੂੰ ਪੈਸਾ ਕਹਿੰਦਾ ਹੈ, ਜਿਹਨੂੰ ਪ੍ਰਾਪਤੀ ਕਹਿੰਦਾ ਹੈ, ਜਿਹਨੂੰ ਰਾਜ ਭਾਗ ਕਹਿੰਦਾ ਹੈ, ਸਤਿਗੁਰੂ ਕਹਿੰਦੇ ਉਹਦੇ ਵਾਸਤੇ ਕਰ ਕੀ ਰਿਹਾ? ਪਾਪਾਂ ਬਾਝੋਂ ਹੋਵੈ ਨਾਹੀਂ, ਮੋਇਆ ਸਾਥ ਨਾ ਜਾਈ। ਪਹਿਲਾਂ ਪਾਪ ਕਰਦਾ ਹੈ, ਝੂਠ ਬੋਲਦਾ ਹੈ, ਚੁਸਤ ਚਲਾਕੀਆਂ ਵਰਤਦਾ ਹੈ, ਸਵਾਰਥ ਪੂਰਾ ਕਰਨ ਵਾਸਤੇ ਚਾਪਲੂਸੀਆਂ ਵਰਤਦਾ ਹੈ, ਧੋਖਾ ਕਰਦਾ ਹੈ। ਇਹ ਪਾਪਾਂ ਦੇ ਨਾਲ ਇਕੱਠੀ ਕਰਦਾ ਹੈ, ਨਾਲ ਨਹੀਂ ਜਾਂਦੀ। ਜਿਸ ਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ। ਰੱਬ ਦਾ ਨਿਜ਼ਮ ਸਾਰਿਆਂ ਤੇ ਚੱਲਦਾ ਹੈ। ਜਿਹਦੀ ਸੁਰਤ ਮੈਲੀ, ਜਿਹਦੀ ਨੀਅਤ ਮੈਲੀ, ਜਿਹਦੇ ਵਿਚਾਰ ਮੈਲੇ, ਜਿਹਦੀ ਸੋਚ ਮੈਲੀ,
ਰੱਬ ਉਹਦੇ ਤੋਂ ਚੰਗਿਆਈ ਖੋਹ ਲੈਂਦਾ ਹੈ। ਉਹਦੇ ਕੋਲ ਚੰਗੇ ਗੁਣ ਨਹੀਂ ਹੁੰਦੇ, ਉਹਦੇ ਕੋਲ ਚੰਗੀ ਸੋਚ ਨਹੀਂ ਹੁੰਦੀ, ਤੇ ਫਿਰ ਹਮੇਸ਼ਾ ਮੂੰਹ ਦੇ ਮੂੰਹ ਦਿਖਦਾ ਹੈ, ਕੋਟੀ ਹੂੰ ਪੀਰ ਵਰਜ਼ ਰਹਾਏ, ਜਾਂ ਮੀਰ ਸੁਣਿਆ ਧਾਇਆ। ਹੁਣ ਕਰਮ ਕਾਂਡਾਂ ਦੀ ਗੱਲ ਦੇਖੋ। ਕਹਿੰਦੇ ਜਦੋਂ ਪਤਾ ਲੱਗਿਆ ਕਿ ਬਾਬਰ ਆ ਰਿਹਾ, ਮੀਰ ਜਾਨੀ ਬਾਦਸ਼ਾਹ, ਸੁਣਿਆ ਕਿ ਆ ਰਿਹਾ ਹਮਲਾ ਕਰਨ, ਇਹ ਕਹਿਣ ਲੱਗੇ ਜੀ ਸਾਡੇ ਕੋਲੇ ਪੀਰ ਨੇ ਜੀ, ਸਾਡੇ ਕੋਲੇ ਧਾਰਮਿਕ ਲੋਕ ਨੇ ਜੀ, ਇਹ ਅਰਦਾਸਾਂ ਕਰਨਗੇ ਜੀ, ਇਹ ਪੂਜਾ ਪਾਠ ਕਰਨਗੇ ਜੀ, ਇਹ ਟੂਣੇ ਟਾਮਣ ਕਰਨਗੇ, ਇਹ ਮੰਤਰ ਪੜ੍ਹਨਗੇ, ਉਹ ਮੁਗਲ ਅੰਧੇ ਹੋ ਜਾਣਗੇ। ਲੋਗਨ ਰਾਮ ਖਲੋਨਾ ਜਾਣਾ। ਆਪਣੇ ਮਕਸਦ ਲਈ ਧਰਮ ਨੂੰ ਵਰਤਣ ਵਾਲੇ ਕਰਮਕਾਂਡਾਂ 'ਚ ਉਲਝਦੇ ਨੇ। ਥਾਨ ਮੁਕਾਮ ਜਲੇ ਬਿਜ ਮੰਦਰ, ਮੁੱਛ ਮੁੱਛ ਕੋਹਰ ਰਲਾਇਆ। ਇਹ ਕਰਮਕਾਂਡ ਕਰਦੇ ਰਹਿ ਗਏ, ਆਪਣੇ ਫਰਜ਼ਾਂ ਦੀ ਪਹਿਚਾਣ ਭੁੱਲ ਗਏ। ਹੋਇਆ ਕਿ ਬਾਬਰ ਆਇਆ, ਲੁੱਟਿਆ ਉਹਨਾਂ ਨੇ, ਅੱਗਾਂ ਲਾ ਦਿੱਤੀਆਂ, ਘਰ-ਬਾਰ ਦੁਕਾਨਾਂ ਸਭ ਜਲਦੇ ਪਏ। ਤੇ ਜਿਹੜੇ ਸ਼ਾਹਜ਼ਾਦੇ ਸੀ ਕੋਹਰ ਪਠਾਣਾਂ ਦੇ ਬੱਚੇ, ਉਹ ਕੋਹ ਕੇ ਮਾਰੇ ਉਹਨਾਂ ਨੇ, ਰੋਲ ਦਿੱਤੇ। ਕੋਈ ਮੁਗਲ ਨਾ ਹੁਆ ਅੰਧਾ, ਕਿਹਨੇ ਨਾ ਪਰਚਾ ਲਾਇਆ। ਜਿਹੜੇ ਕਹਿੰਦੇ ਸੀ ਨਾ ਇੱਦਾਂ ਕਰ ਲਓ, ਇੱਦਾਂ ਹੋ ਜਾਏਗਾ, ਧਰਮ ਦਾ ਕੰਮ ਕਰ ਲਓ, ਆਹ ਹੋ ਜਾਏਗਾ, ਉਹ ਮਿਸਗਾਈਡ ਕਰਦੇ ਨੇ। ਕੋਈ ਕਹਿੰਦਾ ਜੀ ਆਹ ਸ਼ਬਦ ਪੜ੍ਹ ਲਓ, ਤੇਰਾ ਕਾਰੋਬਾਰ ਬੜਾ ਚੱਲ ਪਏਗਾ। ਹੱਦ ਹੋ ਗਈ ਭਲਿਓ ਮਾਨਸੋ, ਰੱਬੀ ਉਪਦੇਸ਼ ਕਾਰੋਬਾਰਾਂ ਲਈ, ਇਹਨਾਂ ਉਲਝਣ ਤਾਣੀਆਂ ਲਈ। ਉਹ ਕਹਿੰਦੇ ਮੁਗਲ ਅੰਧੇ ਹੋ ਜਾਣਗੇ। ਸਤਿਗੁਰੂ ਜੀ ਕਹਿੰਦੇ ਕੋਈ ਮੁਗਲ ਅੰਨਾ ਨਹੀਂ ਹੋਇਆ, ਇਹਨਾਂ ਨੇ ਪਰਚਾ ਲਾਇਆ। ਕਿਸੇ ਨੇ ਵੀ ਉਹਨਾਂ ਨੂੰ ਰੋਕ ਨਹੀਂ ਪਾਈ, ਕੋਈ ਵੀ ਉਹਨਾਂ ਨੇ, ਇਹਨਾਂ ਦਾ ਜਿਹੜਾ ਹੀਲਾ ਸੀ ਉਹ ਨਹੀਂ ਚੱਲਿਆ। ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ। ਮੁਗਲਾਂ ਦੀ ਤੇ ਪਠਾਣਾਂ ਦੀ ਲੜਾਈ ਹੋ ਗਈ, ਰਣ ਤੱਤੇ ਵਿੱਚ ਤੇਗਾਂ ਚੱਲੀਆਂ। ਓਨੀ ਤੁਪਕ ਤਾਣ ਚਲਾਈ, ਓਨੀ ਹਸਤ ਚੜਾਈ। ਉਹ ਤੇਗਾਂ ਕੀ ਕਰਨਗੀਆਂ? ਮੁਗਲਾਂ ਦੇ ਕੋਲ ਬੰਦੂਕਾਂ ਸਨ, ਤੁਪਕ, ਉਹਨਾਂ ਨੇ ਬੰਦੂਕਾਂ ਚਲਾਈਆਂ। ਇਹਨਾਂ ਦੀਆਂ ਤਲਵਾਰਾਂ ਵਿਚਾਰਾਂ ਦੀਆਂ ਹੱਥਾਂ 'ਚ ਹੀ ਚੜਾਈ ਚਿੜਚਿੜ ਕਰ ਗਈਆਂ। ਕੀ ਕਰਨਗੀਆਂ? ਜਿਨ ਕੀ ਚੀਰੀ ਦਰਗਾਹ ਪਾਟੀ, ਤਿੰਨਾ ਮਰਨਾ ਭਾਈ। ਜਿਨ੍ਹਾਂ ਦੀ ਚੀਰੀ ਹੁੰਦਾ ਚਿੱਠੀ, ਜਿਨ੍ਹਾਂ ਦੀ ਚਿੱਠੀ ਦਰਗਾਹ 'ਚੋਂ ਪਾਟ ਗਈ, ਭਾਵ ਮੌਤ ਦਾ ਸਮਾਂ ਆ ਗਿਆ, ਉਹਨਾਂ ਨੇ ਮਰਨਾ ਹੀ ਸੀ। ਇਹ ਵਿਧੀਆਂ ਬਣ ਜਾਂਦੀਆਂ ਨੇ। ਇੱਕ ਹਿੰਦ ਵਾਣੀ ਅਵਰ ਤੁਰਕਾਣੀ, ਭਟਿਆਣੀ ਠਕੁਰਾਣੀ। ਇੱਕ ਤੇ ਹਿੰਦੂਆਂ ਦੀਆਂ ਔਰਤਾਂ ਹਿੰਦਵਾਣੀਆਂ, ਫਿਰ ਤੁਰਕਾਂ ਦੀਆਂ, ਫਿਰ ਭੱਟਾਂ ਦੀਆਂ, ਠਾਕੁਰਾਂ ਦੀਆਂ। ਇੱਕ ਨਾ ਪੇਰਨ ਸਿਰ ਖੁਰਪਾਟੇ, ਇੱਕ ਨਾ ਵਾਸ ਮਸਾਣੀ। ਕੁਛ ਰੁਲ ਗਈਆਂ, ਇੱਜ਼ਤਾਂ ਲੁੱਟੀਆਂ ਗਈਆਂ। ਕੁਛ ਮਸਾਣੀ ਮੌਤ ਦੇ ਘਾਟ ਚੜ੍ਹ ਗਈਆਂ, ਮਸਾਣਾ ਵਿੱਚ, ਸ਼ਮਸ਼ਾਨ ਘਾਟ ਵਿੱਚ। ਜਿਨ ਕੇ ਵੰਕੇ ਘਰੀ ਨਾ ਆਇਆ, ਤਿਨ ਕਿਉਂ ਰਹਿਣ ਬਿਹਾਣੀ। ਇੱਕ ਉਹ ਵਿਚਾਰੀਆਂ ਜਿਨ੍ਹਾਂ ਦੇ ਪਤੀ ਮਾਰੇ ਗਏ, ਕਿੱਥੇ ਉਹਨਾਂ ਦੀ ਚੰਗੀ ਨੀਂਦ ਹੋਏਗੀ। ਸਤਿਗੁਰੂ ਜੀ ਕਹਿੰਦੇ ਇਹ ਜਿਹੜੇ ਵੱਡੇ ਵਰਤਾਰੇ ਵਰਤਦੇ ਨੇ ਪਿਆਰਿਓ, ਇਹ ਰੱਬ ਦੀਆਂ ਸ਼ਕਤੀਆਂ, ਰੱਬ ਦੇ ਨਿਜ਼ਮ ਵਿੱਚ ਵਰਤਦੇ ਨੇ। ਔਰ ਵਰਤਾਰੇ ਮਨੁੱਖਾਂ ਦੇ ਸੁਭਾਵਾਂ ਵਿੱਚੋਂ ਨਿਕਲਦੇ ਨੇ। ਕਿਧਰੇ ਹੰਕਾਰ ਹੁੰਦਾ ਹੈ, ਕਿਧਰੇ ਭਰਮ ਭੁਲੇਖੇ ਹੁੰਦੇ ਨੇ, ਕਿਧਰੇ ਆਪਣੇ ਫਰਜ਼ਾਂ ਦੀ ਪਹਿਚਾਣ ਨੂੰ ਭੁੱਲ ਜਾਣਾ। ਮਨੁੱਖੀ ਸੁਭਾਵਾਂ ਦੇ ਵਿੱਚੋਂ ਵਰਤਾਰੇ ਨਿਕਲਦੇ ਨੇ, ਤੇ ਵਰਤਾਰੇ ਰੱਬ ਦੇ ਨਿਜ਼ਮ ਵਿੱਚ ਹੁੰਦੇ ਨੇ। ਤੇ ਹਰ ਵਰਤਾਰੇ ਵਿੱਚ ਰੱਬ ਦੇ ਨਿਜ਼ਮ ਦੇ ਕੁਛ ਨਾ ਕੁਛ ਨਿਆਂ ਹੁੰਦੇ ਨੇ। ਆਪੇ ਕਰੇ ਕਰਾਏ ਕਰਤਾ, ਆਪੇ ਕਰੇ ਕਰਾਏ ਕਰਤਾ, ਕਿਸ ਨੂੰ ਆਖ ਸੁਣਾਈਏ। ਇਹ ਜਿਹੜੇ ਵਰਤਾਰੇ ਵਰਤਦੇ ਨੇ ਰੱਬ ਦੇ ਨਿਜ਼ਮ ਵਿੱਚ, ਰੱਬ ਦੀ ਬਣਾਈ ਹੋਈ ਖੇਡ ਚੱਲਦੀ ਹੈ। ਕਿਹਨੂੰ ਆਖੀਏ ਭਾਈ, ਕਿਹਨੂੰ ਸੁਣਾਈਏ? ਇਹਦਾ ਭੇਦ ਨਹੀਂ ਪਾਇਆ ਜਾ ਸਕਦਾ। ਦੁੱਖ ਸੁੱਖ ਤੇਰਾ ਭਾਣਾ ਹੋਵੇ, ਕਿਸ ਥੈ ਜਾਏ ਰੁਆਈਏ। ਜ਼ਿੰਦਗੀ ਦੇ ਵਿੱਚ ਸੁੱਖ ਤੇ ਜ਼ਿੰਦਗੀ 'ਚ ਦੁੱਖ, ਇਹ ਰੱਬ ਦੇ ਨਿਜ਼ਮ ਵਿੱਚ ਹੁੰਦੇ ਨੇ। ਜਦੋਂ ਸਾਡੇ ਵਿਚਾਰ ਮੈਲੇ, ਸਾਡੀ ਸੋਚ ਘਟੀਆ, ਸੌੜੀ ਸੋਚ, ਸਵਾਰਥੀ ਸੋਚ, ਸਾਡੇ ਅੰਦਰ ਹੰਕਾਰ, ਕ੍ਰੋਧ, ਲੋਭ, ਤਾਂ ਫਿਰ ਦੁੱਖ ਪੱਲੇ ਪੈਂਦੇ ਨੇ। ਜਦੋਂ ਨੀਅਤ ਸ਼ੁੱਧ, ਸੋਚ ਸ਼ੁੱਧ, ਜਜ਼ਬਾ ਸ਼ੁੱਧ, ਵਿਜ਼ਨ ਵੱਡਾ, ਪਰਉਪਕਾਰ ਦਾ ਮਿਸ਼ਨ, ਫਿਰ ਸੁੱਖ ਪੱਲੇ ਪੈਂਦਾ ਹੈ। ਇਹ ਸਭ ਜ਼ਿੰਦਗੀ ਦੇ ਸੁਭਾਵਾਂ ਵਿੱਚੋਂ, ਸੋਚ ਵਿੱਚੋਂ ਨਿਕਲਦੇ ਨੇ। ਕਿਹਦੇ ਕੋਲੇ ਜਾ ਕੇ ਰੋਣੇ ਰੋਏ ਜਾਣ ਭਾਈ। ਹੁਕਮੀ ਹੁਕਮ ਚਲਾਏ ਬਿਗਸੈ, ਨਾਨਕ ਲਿਖਿਆ ਪਾਈਐ।
ਉਹਦਾ ਨਿਜ਼ਮ ਚੱਲਦਾ ਹੈ, ਉਹ ਆਪਣੇ ਨਿਜ਼ਮ ਵਿੱਚ ਸਾਰਿਆਂ ਨੂੰ ਚਲਾ ਰਿਹਾ ਹੈ। ਉਹ ਅਸੀਮ ਸ਼ਕਤੀ, ਇਨਫਿਨਾਈਟ, ਉਹ ਸੁਪਰੀਮ ਆਲਮਾਈਟੀ ਪਾਵਰ, ਜਿਹਨੂੰ ਕਿਹਾ ਉਹਦਾ ਆਕਾਰ ਕੋਈ ਨਹੀਂ, ਨਿਰੰਕਾਰ, ਸਾਰੀਆਂ ਨੈਚੁਰਲ ਫੋਰਸਸ ਤੇ ਮਨੁੱਖਾਂ ਦੇ ਅੰਦਰ ਜੋ ਕਲਾ ਸਤਾ ਬੈਠੀ ਹੈ, ਹਰ ਇੱਕ ਦੇ ਵਿੱਚ ਜੋ ਸਤਾ ਬੈਠੀ ਹੈ, ਉਹਨੂੰ ਕੰਟਰੋਲ ਕਰਨ ਵਾਲੀ ਸ਼ਕਤੀ, ਉਹਨੂੰ ਨਿਰੰਕਾਰ ਕਹਿ ਦਿੱਤਾ। ਉਹ ਇਹਨਾਂ ਸ਼ਕਤੀਆਂ ਨੂੰ ਨਿਜ਼ਮ ਵਿੱਚ ਚਲਾ ਰਹੀ ਹੈ। ਹੇ ਭਾਈ, ਜਿਸ ਤਰ੍ਹਾਂ ਦੀ ਕਿਸੇ ਦੇ ਅੰਦਰ ਸੋਚ ਤੇ ਸੁਭਾਅ ਲਿਖਿਆ ਗਿਆ, ਉਸ ਤਰ੍ਹਾਂ ਦੀ ਉਹਦੀ ਜ਼ਿੰਦਗੀ ਵਿੱਚ ਦੁੱਖ ਤੇ ਸੁੱਖ ਪ੍ਰਾਪਤ ਹੁੰਦੇ ਨੇ। ਇਸ ਲਈ ਇਹ ਬਾਬਰ ਬਾਣੀ ਦੇ 2 ਸ਼ਬਦਾਂ ਤੋਂ ਸਿੱਖਿਆ ਮਿਲਦੀ ਹੈ। ਰੱਬ ਦੇ ਭੈ ਵਿੱਚ, ਉਹਦੀ ਮਿੱਠੀ ਮਿੱਠੀ ਯਾਦ ਵਿੱਚ ਜਿਉਣਾ ਚਾਹੀਦਾ। ਨੰਬਰ 2, ਰੱਬੀ ਉਪਦੇਸ਼ ਨੂੰ ਪ੍ਰੈਕਟੀਕਲ ਜਿਉਣਾ ਚਾਹੀਦਾ। ਆਪਣੇ ਫਰਜ਼ਾਂ ਦੀ ਪਹਿਚਾਣ ਕਰਕੇ ਆਪਣੇ ਫਰਜ਼ ਨਿਭਾਉਣੇ ਚਾਹੀਦੇ ਨੇ। ਤੇ ਜੇ ਅਸੀਂ ਉਸ ਗੁਰੂ ਪਿਤਾ ਦੇ ਪੁੱਤਰ ਧੀਆਂ ਹਾਂ, ਜਿਹੜੇ ਗੁਰੂ ਪਿਤਾ ਜੀ ਨੇ ਦੂਜਿਆਂ ਲਈ ਜਿਉਂ ਦਿੱਤਾ, ਤੇ ਸਾਨੂੰ ਵੀ ਦੂਜਿਆਂ ਲਈ ਜਿਉਣ ਦਾ ਜਜ਼ਬਾ, ਪਰਉਪਕਾਰ ਦੀ ਭਾਵਨਾ ਸਾਡੇ ਅੰਦਰ ਹੋਣੀ ਚਾਹੀਦੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਕੱਲ ਨੂੰ ਫਿਰ 418 ਅੰਗ ਦੀ ਵਿਚਾਰ ਲੈ ਕੇ ਤੁਹਾਡੇ ਘਰ, ਤੁਹਾਡੇ ਸਨਮੁਖ ਹਾਜ਼ਰ ਹੋਵਾਂਗਾ। ਤਦ ਤੱਕ ਲਈ ਗੁਰੂ ਫਤਿਹ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ